ਮਨੁੱਖ ਦੇ ਅੰਦਰ ਜਦੋਂ ਦੀ ਇਹਦੀ ਜੀਵ ਆਤਮਾ ਆਰੰਭ ਹੋਈ ਹੈ, ਪਰਮਾਤਮਾ ਤੋਂ ਵਿਛੜੀ ਹੈ, ਆਪਣੇ ਸਵਰੂਪ ਤੋਂ ਭਟਕਣ ਕਰਕੇ ਇਸ ਦੇ ਅੰਦਰ ਇੱਕ ਮੂਲ ਔਗਣ ਹੈ ਜਿਸ ਨੂੰ ਤ੍ਰਿਸ਼ਨਾ ਕਹਿੰਦੇ ਨੇ। ਫਿਰ ਇਸ ਤ੍ਰਿਸ਼ਨਾ ਕਰਕੇ, ਤ੍ਰਿਸ਼ਨਾ ਸ਼ਬਦ ਵੈਸੇ ਇਸ ਦਾ ਮਤਲਬ ਹੈ ਪਿਆਸ। ਮਨੁੱਖ ਦੇ ਅੰਦਰ ਇੱਕ ਪਿਆਸ ਹੈ, ਔਰ ਉਹ ਪਿਆਸ ਹੈ ਆਨੰਦ ਲੈਣ ਦੀ, ਆਨੰਦ ਵਿੱਚ ਪਹੁੰਚਣ ਦੀ। ਮਨੁੱਖ ਉਸ ਪਿਆਸ ਨੂੰ ਪੂਰੀ ਕਰਨੀ ਚਾਹੁੰਦਾ ਹੈ, ਔਰ ਉਹ ਜਿਹੜੀ ਪਿਆਸ ਹੈ ਇਹ ਬੁਝਾਉਣ ਦਾ ਯਤਨ ਕਰਦਾ ਹੈ ਬਾਹਰ ਦੇ ਪਦਾਰਥਾਂ ਵਿੱਚੋਂ, ਬਾਹਰ ਦੀ ਮਾਣ ਮਰਿਆਦਾ ਪਿੱਛੋਂ, ਕਾਮ ਵਾਸਨਾ ਚੋਂ, ਲੋਭ ਦੀ ਵਾਸਨਾ ਚੋਂ, ਇਹਨਾਂ ਵਿੱਚੋਂ ਉਸ ਪਿਆਸ ਨੂੰ ਪੂਰੀ ਕਰਨੀ ਚਾਹੁੰਦਾ ਹੈ। ਫਿਰ ਨਿਰੰਤਰ ਉਹ ਪਿਆਸ ਵਾਸਤੇ ਇਹ ਤੁਰਦਾ ਹੈ, ਮਨ ਦੁਬਾਰਾ ਦੁਬਾਰਾ ਮੰਗ ਕਰਦਾ ਰਹਿੰਦਾ ਹੈ। ਹਾਂ, ਕਈ ਵਾਰੀ ਐਸਾ ਹੁੰਦਾ ਹੈ ਕਿਸੇ ਪਦਾਰਥ ਨੂੰ ਖਾਧਾ ਜਾਂਦਾ ਹੈ, ਉਸ ਦੇ ਖਾਣ ਦੇ ਨਾਲ ਹੀ ਇੱਕ ਆਨੰਦ ਆਉਂਦਾ ਹੈ। ਉਸ ਆਨੰਦ ਨੂੰ ਸੈਕਿੰਡਾਂ ਦਾ ਗਿਣਿਆ ਜਾ ਸਕਦਾ ਹੈ, ਮਿੰਟ ਦਾ ਵੀ ਗਿਣਿਆ ਜਾ ਸਕਦਾ ਹੈ, ਪਰ ਜਿਵੇਂ ਹੀ ਉਹ ਖਾਂਦੇ ਆ ਫਿਰ ਆਨੰਦ ਘਟਣਾ ਸ਼ੁਰੂ ਹੋ ਜਾਂਦਾ ਹੈ, ਬਾਰ-ਬਾਰ ਘਟਦਾ ਰਹਿੰਦਾ ਹੈ। ਇਸ ਕਰਕੇ ਇਹ ਤ੍ਰਿਸ਼ਨਾ ਦੇ ਅਧੀਨ ਮਨ ਦੁਬਾਰਾ ਮੰਗਾਂ ਚੁੱਕਦਾ ਰਹਿੰਦਾ ਹੈ। ਫਿਰ ਇਹ ਜਿਹੜੀ ਮੰਗ ਹੈ ਹਰੇਕ ਦੇ ਅੰਦਰ ਹੀ ਚੱਲਦੀ ਹੈ, ਕਿਸੇ ਇੱਕ ਦੇ ਨਹੀਂ, ਹਰ ਇੱਕ ਦੇ। ਫਿਰ ਜਿਸ ਦੇ ਅੰਦਰ ਮੰਗ ਹੋਏ, ਹਰੇਕ ਦੇ ਅੰਦਰ ਹੋਏ, ਫਿਰ ਮੰਗਣ ਵਾਲੇ ਨੂੰ ਮੰਗਤਾ ਕਿਹਾ ਜਾਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਦੁਨੀਆ ਵਿੱਚ ਹਰ ਵਿਅਕਤੀ ਹੀ ਮੰਗਤਾ ਹੈ। ਮੰਗ ਹਰੇਕ ਦੇ ਅੰਦਰ ਹੈ, ਫਿਰ ਜੋ ਮੰਗਦਾ ਹੈ ਉਹ ਮੰਗਤਾ ਹੈ। ਸਿਰਫ ਫਰਕ ਇੰਨਾ ਹੈ, ਕੋਈ ਛੋਟਾ ਮੰਗਤਾ ਹੈ, ਕੋਈ ਵੱਡਾ ਮੰਗਤਾ ਹੈ। ਮੰਗਤੇ ਦਾ, ਭਿਖਾਰੀ ਦਾ ਹਿਸਾਬ ਇੱਥੋਂ ਲਗਾਇਆ ਜਾਂਦਾ ਹੈ, ਉਹ ਮੰਗ ਕੀ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮੰਗਤੇ ਸਾਰੇ ਹੀ ਨੇ। ਇਸ ਕਰਕੇ ਮਨੁੱਖ ਨੂੰ ਮਨੁੱਖਾਂ ਕੋਲੋਂ ਨਹੀਂ ਮੰਗਣਾ ਚਾਹੀਦਾ, ਕਿਉਂਕਿ ਮਨੁੱਖ ਤੇ ਮੰਗਤਾ ਹੈ। ਕਦੇ ਵੀ ਮਨੁੱਖ ਤੋਂ ਕਿਸੇ ਪਦਾਰਥ ਦੀ ਆਸ ਨਹੀਂ ਲਗਾਉਣੀ ਚਾਹੀਦੀ। ਕਿਉਂ ਨਹੀਂ ਲਗਾਉਣੀ ਚਾਹੀਦੀ? ਕਿਉਂਕਿ ਮਨੁੱਖ ਮੰਗਤਾ ਹੈ। ਦੁਨੀਆ ਵਿੱਚ ਰਾਜਾ ਕੋਈ ਹੈ। ਰਾਜੇ ਦਾ ਮਤਲਬ ਪਤਾ ਕੀ ਹੁੰਦਾ ਹੈ? ਜਿਹੜਾ ਰੱਜ ਗਿਆ ਹੋਵੇ, ਰੱਜੇ ਨੂੰ ਰਾਜਾ ਕਹਿੰਦੇ ਨੇ। ਪਰ ਮਨੁੱਖ ਨਾਮ ਦਾ ਰਾਜਾ ਤੇ ਹੋ ਸਕਦਾ ਹੈ, ਰੱਜ ਦਾ ਕੋਈ ਹੈ। ਫਿਰ ਜਿਹੜਾ ਰੱਜ ਜਾਂਦਾ ਹੈ, ਹੋ ਸਕਦਾ ਹੈ ਉਹਦਾ ਰੱਜ ਥੋੜ੍ਹੇ ਦੇ ਵਿੱਚ ਆ ਜਾਏ, ਨਾ ਹੋਏ ਤੇ ਰੱਜ ਸਾਰੀ ਉਮਰ ਵੀ ਨਹੀਂ ਆਉਂਦਾ। ਇਹ ਹੋ ਸਕਦਾ ਹੈ। ਕਿਸੇ ਨੂੰ ਖਾਣ ਪੀਣ ਦਾ ਰੱਜ ਆ ਜਾਂਦਾ ਹੈ, ਵਸਤਰ ਪਾਉਣ ਦਾ ਰੱਜ ਨਹੀਂ ਆਉਂਦਾ। ਉਹ ਵੱਖਰੀਆਂ ਚੀਜ਼ਾਂ ਨੇ। ਇਸ ਕਰਕੇ ਬਾਣੀ ਵਿੱਚ ਵੀ ਸ਼ਬਦ ਆਉਂਦਾ ਹੈ, ਰੱਜ ਨਾ ਕੋਈ ਜੀਵਿਆ। ਭਾਈ ਗੁਰਦਾਸ ਜੀ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਕੋਈ ਵੀ ਮਨੁੱਖ ਜ਼ਿੰਦਗੀ ਵਿੱਚ ਰੱਜ ਕੇ ਨਹੀਂ ਜੀਵਿਆ, ਕੋਈ ਵੀ ਮਨੁੱਖ। ਕਿਉਂਕਿ ਹਰੇਕ ਮਨੁੱਖ ਹੀ ਭਿਖਾਰੀ ਸੀ ਤੇ ਮੰਗਦਾ ਹੀ ਰਿਹਾ, ਮੰਗਣ ਤੇ ਹੀ ਰਹਿ ਗਿਆ, ਰੱਜਣ ਵਿੱਚ ਆਇਆ ਹੀ ਨਹੀਂ। ਉਹ ਵੱਖਰੀ ਗੱਲ ਸੀ। ਇਹਨੂੰ ਇਹ ਵੀ ਨਹੀਂ ਪਤਾ ਲੱਗਿਆ ਜੋ ਮੈਂ ਮੰਗ ਰਿਹਾ ਹਾਂ, ਮੇਰਾ ਮੰਗਣਾ ਠੀਕ ਵੀ ਹੈ ਕਿ ਨਹੀਂ ਹੈ, ਉਹ ਵੱਖਰੀ ਗੱਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ।
गुरु तेग बहादुर महाराज का यह वचन है, जिस दे विच वो कहते ने जगत भिखारी है ते सारे जीवां दा दाता एक राम है, परमात्मा जो सब विच रमिया हुआ है। जिन बाणी कहती सबना जियां का एक दाता सो मैं विसर ना जाई। सारे जीवां दा एक दाता है, वही सब नूं देण वाला है। उस तो इलावा कोई किसी नूं दे नहीं सकता। हाँ, देंदा मनुखां दे विच दी है, फिर मनुखां दे विच दी मिलिया, फिर मनुख है जिहड़ा मनुखां नूं ही दाता समझ लैंदा है। फिर इस करके जिन्हां दे कोल शक्ति हुंदी है, मनुख उन्हां दी परिक्रमा करनी शुरू कर दिंदा है। कोई वड्डा धन वाला हो सकता है, कोई वड्डा पोलिटिकल सपोर्ट वाला हो सकता है। मनुख उन्हां दी परिक्रमा क्यों कर रहा है? उसदा एक कारण है। परिक्रमा तां करे इहदे कोल धन है, उन्होंने लगता है ये रजिया होया, मैनू भी रजा देगा, पर ऐसा हुंदा नहीं है। महाराज कहते जगत भखारियां दा है, फिर भखारी दूजे भखारी नूं नहीं रजा सकते। मैनूं कई बारी हुंदियां ते कहानियां ने, कहानियां चों रहस बड़ा तकड़ा हुंदा है। कहते एक राजा परमात्मा दे अगे अरदास करदा पिया है, ते किसी मनुख नूं उन्हें कह दिता कदे भी तेनों कोई जरूरत होवे जिंदगी दे विच तू मेरे कोल आई, मैं तेरियां जरूरतां पूरियां करांगा। उन्होंने जरूरत होई ते पहुँच गया। जांदियां नूं वेख्या राजा हाथ जोड़ के खड़ा, बड़ा अचंभित होया भी राजा हाथ जोड़ के खड़ा, इनू की लोड़ है हाथ जोड़न दी। उत्थों वापस मुड़ पिया। एहलकार ने दस्सिया राजा एक इंसान आया सी, तुहानू मिलना चाहुंदा सी, तुहानू वेख के ही वापस मुड़ गया है। उन्होंने बुलाया गया। राजा कहता लियाओ बुला के ला। कहते हाँ तू आया सी। कहते राजा मैं तेरे को कुछ मंगण लई आया सी, और समझ के आया सी तू राजा है, पर मैनू तो अज ज्ञान होया तू भी भिखारी है। मैं तेरे को मंगण आया, तू किसी होर तो मंग रहा है, फिर मैं तेरे तो क्यों मंगा? मैं डायरैक्ट उस तो मंगांगा जिहड़ा तेनू देने वाला है, फिर मैं तेरे तो क्यों मंगा? तेरे तो बनन दा मंगण दा तो कोई औचित्य ही नहीं रह जाता। फिर तो मैं उस तो मंगांगा जिन्हें तेनू राजा बनाया, जिहड़ा तेरे कर्म बदल सकता है वो मेरे भी बदल सकता है। बस गल इन्नी है। ये किसी दे समझ विच 20 सालों च आ जाती है, किसी नूं 30 विच आ जाती है, किसी नूं 50 विच आ जाती है, किसी नूं सारी उम्र ही नहीं आती। गल सिर्फ इन्नी है कि दुनिया ते कोई राजा नहीं है, राजा एक ही है। एक ही राजा है जिहड़ा मेरियां मुश्किलां हल कर सकता है, होर कोई नहीं। बाकी लोग हस सकते हैं, हल नहीं कर सकते, मजाक उड़ा सकते हैं, हल नहीं कर सकते। फिर एक होर है, इत्थों जिहड़ी परमात्मा ने मुश्किल हल कर देनी है, वो फिर पक्का निवारण है मुश्किल का, पक्का निवारण। हौली हौली तो हुंदा है, हुंदा पक्का ही है, निवारण वही कर सकता है। फिर इत्थों एक सवाल बड़ा गंभीर जिहा पैदा हो जाता है, फिर वो वेखदा तो है नहीं, वो निवारण किवें करेगा? एक गल होर याद रखना कि जिंदगी में गल नोट रखना, मनुख बड़ी बारी कहता मैनू परमात्मा ते विश्वास है, पर जिस दिन जिंदगी ते आ पैंदी है ना, 1 मिनट तो पहला मनुख परमेश्वर नूं छड्ड के परां हो जांदा। बाणी ये कहती है जिसनों विश्वास है ना परमेश्वर ते, उहदी एक निशानी भी है। उसकी की निशानी है? जिस दे हिरदे दे विच, जिसनों दिलों परमात्मा नाल विश्वास हो गया। मनुख नूं दिलों नहीं है, दिमाग नाल परमेश्वर ते विश्वास है, दिलों नहीं है, दिमाग नाल है। जिवें एक बच्चे नूं ना अपने पिता ते विश्वास हुंदा है दिलों, घर दे विच किते बाहर कोई उहनूं कुट्टण पे भज के जाके अपने पिता दे कोल बह जांदा है, भज के। कोई होर कोई गल होए, बच्चे भज के, क्योंकि उन्हें विश्वास है, या अपनी माता कोल चला जाएगा। उन्होंने पता है जिंदगी में इक्को मेरा सहारा है,
जिन्हां नूं मैं वेख्या, जिन्हें मैनूं देंदे आए ने, मैनूं बचाउंदे आए ने। इत्थों ते इहदा सहारा तो सारिआं नूं पता है। माता पिता ने खवाया है, उन्होंने सहारा मान लिया, पर माता पिता दे विच दी उस परमात्मा नूं वेख लेना, ये विरले रहिंदे ने। जिस दिन ये पता लग गया माता पिता दे विच दी उन्हें पालिया है, याद रखना माता पिता दे हंकार नूं भी सट वजदी है। तुसीं जे उन्होंने कह देवोगे तुसीं नहीं पालिया, रब ने पालिया, कमाल हो गई, ये जरूर सट वजेगी। अंतरीवी तौर पर सोच के भी वेखना, कदे कदे साडा बच्चा सानू कह दे ना तुसीं थोड़ी दा पालिया, परमात्मा ने पालिया, फिर रजनी दे पिता वाली अवस्था सारिਆਂ ਵਿੱਚ ही आ जाती है। रजनी का पिता कह रोटी मैं खवा रहा, तू कितनों आंदी, परमात्मा पालदा है। हरेक मनुख दे विच ये ईगो आनी सुभावक है, पर बाणी ये कहती है मनुख दे अंदर मंगण दी अभिलाषा शुरू तो जुड़ी हुई है। हरेक मनुख ही मंगदा है, पर मनुख मंगना तू भी है। जे मंगना ही है फिर परमात्मा तो मंग, वो वक्री गल है की मंगना है। गुरु साहब ते बाणी विच ये भी दसदे ने मंगना की है, ये तरीका भी दसदे ने की मंगना चाहिए रब दे कोलों। क्योंकि ऐसा ना होए कि तो वड्डा राजा होए, मतलब एक मनुख है राजे दे कोल गया, उन्हें मनुख ने रब राजे ने कह दिता जो तेन कोई जरूरत होए ना मेरे को आ जाए। वो चला गया, राजे ने कहना की चाहिए, कहता कुछ नहीं चाहिए जी, मेरे पशुओं लिए चारा खत्म है, 5 पंडा चारे दियाँ दे दो। राजा हसन लग पाया, तो एडे वड्डे राजा के सामने खड़ा है तो 5 पंडा चारे दियाँ, तू जमीन मंग चारा आए वारी खवाई जाई। पंडा क्यों मंगदा है, जमीन मंग, चारा तो तेनों आए वारी मिल ही जाएगा। महाराज कहते एडे वड्डे परमात्मा के कोलों तू छोटियां छोटियां चीज़ां क्यों मंगदा है, या तो फिर तेनों लगता है परमात्मा ही छोटा है। जे परमात्मा को मंगना है ना, बाणी कहती की मंगना चाहिए, मंगना मंगन निका हर जस गुर ते मंगना। रब की बंदगी मंगनी चाहिए है जे उस तो मंगनी है, क्योंकि जिथे बंदगी आ जाती है उत्थे सुख अपने आप ही आ जाते हैं, उन्होंने कहना थोड़ी ना पएगा, क्योंकि रब अपने नाम की तोहीन थोड़ी ना करवाएगा। जिथे रब का नाम आ गया उत्थे सारा कुछ ही आ जाता है। जिमें सियाणे कहते हैं जिमें हाथी होंदा ना, हाथी के पैड़ दे विच सारे जानवरों दी पैड़ा आ जांदियां ने, रब की बंदगी विच सब कुछ ही आ जाता है। नवनिधि 18 सिद्धि पिछे लगियां फिर है, उसके पिछे नवनिधियां ते 18 सिद्धियां लग जांदियां ने, जिस दे कोल परमात्मा आ गया। और दुनिया में असीं ये मिसाल वेखी भी है, साडे नेड़े कुरुक्षेत्र है, जिस दिन श्री कृष्ण दे कोल दुर्योधन ते नाल अर्जुन दोवें चले गए। जिहड़ा दुर्योधन है ना, उसकी मानसिकता थोड़ी जी समाजिक है, मतलब थोड़ा जा पोलिटिकल माइंडिड है दुर्योधन। वो ये सोचता है भी दुनिया है ना जिहड़ी, जिवें आम हर एक व्यक्ति कहता है कि नहीं चलो परमात्मा तो ठीक है, फिर भी दुनिया दिमाग नाल चलती है। हर बंदे के अंदर ये सवाल हुंदा है, ये सवाल दुर्योधन का भी है, तो दुर्योधन पोलिटिकल माइंडिड है। तो कृष्ण जी के कोल गया, कहते आया मैं पहला दसो, वो आंदे भी चलो आया तू पहला, दुर्योधन कह लगे, पर पहला जोड़ा अवसर मिलेगा ना वो अर्जुन को मिलेगा। अर्जुन मंग की मंगता है भी एक बन्ने सेना है, एक बन्ने मैं कला निहत्था, तो सेना मैं अपना अस्त्र शस्त्र भी नहीं चुकना, दस की चाहिए। वो कहता महाराज मैं सेना मंगण नहीं आया, मैं तुहानू मंगण आया। जे समझण वाला होए वो तो इत्थों ही समझ जाएगा। समझदार मनुख दी ये हुंदा ना, जिन्हें मंगना है मंगण की भी तो समझ होनी चाहिए है ना। कहते मैं तुहानू मंगण आया क्योंकि तुहाडी सेना तकड़ी है, तुहाडे करके। सेना तकड़ी, सेना विच की बल है, कमांडेंट तकड़ा हुंदा है ना। जिहड़ी सेना का कमांडर ही तकड़ा नहीं, भावें सेना कोल जिन्ने मर्जी हथियार होण खत्म हो जाती है। तुहाडी सेना दी तेजस्वी है, बल ने तुहाडे करके ने। जिमें एक दरख्त के उत्ते फल लगे ने, फल काहदे करके ने, जड़ां करके। जे जड़ां ही ना रहन तो फल किन्ने दिन शोभा पाउणगे।
इस करके ਜਿਹੜਾ ਭਗਤ ਹੁੰਦਾ ਨਾ ਉਹ ਜੜ੍ਹਾਂ ਮੰਗਦਾ ਹੈ। ਸੰਸਾਰੀ ਵਿਅਕਤੀ ਪੱਤੇ ਮੰਗ ਕੇ ਖਲੋ ਜਾਂਦਾ ਹੈ ਤੇ ਪੱਤੇ ਕਦੋਂ ਤੇ ਹੀ ਚੱਲਣਗੇ? ਪੱਤੇ ਤੇ ਮੁਰਝਾ ਜਾਣਗੇ, 10 ਦਿਨ ਨਹੀਂ 15 ਦਿਨ। ਜਿੰਨੇ ਜੜ੍ਹਾਂ ਮੰਗ ਲਈਆਂ ਨਾ, ਜੜ੍ਹਾਂ ਸਾਰੀ ਉਮਰ ਚੱਲਦੀਆਂ। ਰੱਬ ਜੜ੍ਹ ਹੈ ਦੁਨੀਆ ਦੀ, ਇਸ ਜੜ੍ਹ ਤੋਂ ਚੱਲਿਆ ਸਾਰਾ ਪਸਾਰਾ। ਜੋ ਵੇਖ ਰਹੇ ਹੋ ਸੂਰਜ ਚੰਦਰਮਾ ਜਿੰਨਾ ਕੁਛ ਹੈ ਜੜ੍ਹ ਤੋਂ ਚੱਲਿਆ ਹੈ। ਫਿਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੰਗਣਾ ਤੇ ਹੈ, ਫਿਰ ਜੜ੍ਹ ਮੰਗ। ਕਿਉਂਕਿ ਜੇ ਜੜ ਆ ਗਈ ਫਿਰ ਆਏ ਸਾਲ ਹੀ ਖਾਈ ਜਾਈ ਪਦਾਰਥ। ਜੇ ਕਿਤੇ ਉੱਤੋਂ ਉੱਤੋਂ ਪੱਤੇ ਮੰਗ ਲਏ, ਇੱਕੋ ਸਾਲ ਖਾਧੇ ਜਾਣੇ ਨੇ ਜਦੋਂ ਜਦੋਂ ਹੈਗੇ ਨੇ। ਹੁਣ ਦੁਰਯੋਧਨ ਨੇ ਕਹਿੰਦੇ ਠੀਕ ਹੈ ਜੀ, ਕਹਿੰਦੇ ਮੈਨੂੰ ਤੁਸੀਂ ਚਾਹੀਦੇ ਹੋ। ਦੁਰਯੋਧਨ ਕੀ ਕਹਿੰਦਾ ਵੀ ਇਹ ਤਾਂ ਠੀਕ ਬਣ ਗਿਆ ਕੰਮ, ਵੀ ਇਹ ਜਿਹੜੇ ਪਾਂਡਵ ਨੇ ਸ਼ੁਰੂ ਤੋਂ ਹੀ ਮੂਰਖ ਰਹੇ ਨੇ। ਕਿਉਂਕਿ ਪੋਲੀਟੀਕਲ ਬੰਦਾ ਇਵੇਂ ਸੋਚਦਾ ਹੈ, ਦਿਮਾਗ ਦੇ ਤਲ 'ਤੇ ਜਿਉਣ ਵਾਲਾ ਵਿਅਕਤੀ ਨਾ ਇਵੇਂ ਸੋਚਦਾ ਹੈ। ਉਹਨੂੰ ਇਵੇਂ ਲੱਗਦਾ ਵੀ ਸੈਨਾ ਬੜੀ ਹੈ, ਬਸ ਆਪਣੀ ਜਿੱਤ 'ਤੇ ਨਿਸ਼ਚਿਤ ਹੈ ਹੁਣ। ਪਰ ਤੁਸੀਂ ਪੂਰੇ ਮਹਾਭਾਰਤ ਨੂੰ ਸੁਣਿਆ ਅਤੇ ਪੜ੍ਹਿਆ ਹੋਏਗਾ, ਉਹਦਾ ਰਿਜ਼ਲਟ ਕੀ ਨਿਕਲਦਾ? ਜਿੱਤ ਕਿਹਨਾਂ ਦੀ ਹੁੰਦੀ ਹੈ? ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਵੱਲ ਕ੍ਰਿਸ਼ਨ ਨੇ, ਜਿਨ੍ਹਾਂ ਵੱਲ ਜੜ ਹੈ। ਇੱਕ ਤਰਫ ਦੇ ਵਿੱਚ ਕਹਿੰਦੇ ਉਹਨਾਂ ਦੀ ਸੈਨਾ ਵੀ ਅੱਧੀ ਹੈ ਅਤੇ ਦੁਨੀਆ ਦੇ ਵੱਡੇ ਵੱਡੇ ਧੁਰੰਦਰ ਭੀਸ਼ਮ ਪਿਤਾਮਾ ਜਿਨ੍ਹਾਂ ਨੂੰ ਅਮਰ ਹੋਣ ਦਾ ਵਰਦਾਨ ਹੈ, ਦੁਰਯੋਧਨ, ਦਰੋਣਾਚਾਰਿਆ, ਅਰਜੁਨ ਤੇ ਸਿੱਖਿਆ ਉਹਨਾਂ ਤੋਂ ਹੈ। ਵੱਡੇ ਵੱਡੇ ਦੁਨੀਆ ਦੇ ਤੱਤਵੇਤਾ, ਦਿਮਾਗ ਵਾਲੇ ਲੋਕ, ਜੰਗ ਦੀ ਪਲਾਨਿੰਗ ਵਾਲੇ ਲੋਕ ਇੱਕ ਸਾਈਡ 'ਚ ਨੇ, ਪਰ ਇੱਕ ਸਾਈਡ 'ਚ ਨਿਹੱਥਾ ਸ਼੍ਰੀ ਕ੍ਰਿਸ਼ਨ ਨੇ। ਜਿੱਤ ਉਹਨਾਂ ਦੀ ਹੁੰਦੀ ਹੈ। ਇੱਥੋਂ ਪਤਾ ਲੱਗਦਾ ਹੈ ਜਿੱਧਰ ਪ੍ਰਮਾਤਮਾ ਹੁੰਦਾ ਹੈ ਜਿੱਤ ਉੱਧਰ ਹੁੰਦੀ ਹੈ। ਭਾਵੇਂ ਉੱਧਰ ਦੁਨਿਆਵੀ ਤੌਰ 'ਤੇ ਕੋਈ ਅਸਤਰ ਹੋਏ, ਸ਼ਸਤਰ ਹੋਏ ਭਾਵੇਂ ਨਾ ਹੋਏ, ਉਹ ਵੱਖਰੀ ਗੱਲ ਹੈ। ਜਿੱਤ ਉਹਨਾਂ ਦੀ ਹੋਣੀ ਹੈ। ਪਰ ਇਹ ਵਿਸ਼ਵਾਸ ਮਨੁੱਖ ਨੂੰ ਆਉਂਦਾ ਨਹੀਂ ਹੈ। ਤਾਂ ਹੀ ਕਰਕੇ ਫਿਰ ਮਨੁੱਖ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗ ਕੇ ਉਹਦੀਆਂ ਚੀਜ਼ਾਂ ਮੰਗਦਾ ਹੈ ਵੀ ਚੀਜ਼ਾਂ ਨਾਲ ਤਾਂ ਹੁਣ ਸੁੱਖ ਮਿਲੇਗਾ, ਪਰਮਾਤਮਾ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ। ਇਸ ਕਰਕੇ ਸਤਿਗੁਰੂ ਜੀ ਕੋਲ ਕੋਈ ਵੀ ਆਉਂਦਾ ਸੀ ਨਾ, ਕਹਿੰਦੇ ਮਹਾਰਾਜ ਸਿੱਖੀ ਦੇ ਦਿਓ। ਮਹਾਰਾਜ ਕਹਿੰਦੇ ਹੋਰ ਕੁਛ ਮੰਗ ਲੈ, ਕੀ ਲੈਣਾ ਸਿੱਖੀ ਤੋਂ? ਹੋਰ ਮੰਗ, ਦੁਨੀਆ ਦੀ ਕੋਈ ਚੀਜ਼ ਮੰਗ ਲੈ, ਪਦਾਰਥ ਮੰਗ ਲੈ। ਸੋ ਇਹ ਗੱਲ ਹੈ, ਪਰਮਾਤਮਾ ਤੋਂ ਪਹਿਲੀ ਗੱਲ ਤੇ ਮੰਗਣਾ ਹੈ ਤੇ ਪਰਮਾਤਮਾ ਤੋਂ ਮੰਗਣਾ ਹੈ। ਦੂਜੀ ਗੱਲ ਹੈ ਮੰਗਣਾ ਹੈ ਤੇ ਕੀ ਮੰਗਣਾ ਹੈ, ਇਹ ਗੱਲ ਹੈ। ਮੰਗਣਾ ਪਰਮਾਤਮਾ ਤੋਂ ਮੰਗਣਾ ਤੇ ਮੰਗਣਾ ਕੀ ਮੰਗਣਾ। ਇਸ ਕਰਕੇ ਕਹਿੰਦੇ ਨੇ ਪਰਮਾਤਮਾ ਤੋਂ ਮੰਗ। ਇੱਕ ਨਾ ਸੱਤਿਆਵਾਦੀ ਨੂੰ ਸੁਪਨਾ ਆਇਆ, ਸ਼ੇਖ ਸਾਦੀ ਨੇ ਆਪਣੀ ਕਿਤਾਬ 'ਚ ਲਿਖਦੇ ਨੇ, ਇੱਕ ਸੱਚ 'ਤੇ ਤੁਰਨ ਵਾਲੇ ਮਨੁੱਖ ਨੂੰ ਸੁਪਨਾ ਆਇਆ। ਸੁਪਨੇ ਦੇ ਵਿੱਚ ਕੀ ਵੇਖਦਾ ਹੈ? ਰਾਜਾ ਸਵਰਗ ਵਿੱਚ ਬੈਠਾ ਹੈ ਅਤੇ ਇੱਕ ਧਰਮਾਤਮਾ, ਧਰਮ ਦੀਆਂ ਗੱਲਾਂ ਕਰਨ ਵਾਲਾ ਉਹ ਨਰਕ ਵਿੱਚ ਬੈਠਾ ਹੈ। ਉਹ ਸੱਚਵਾਦੀ ਕਹਿੰਦਾ, ਮੈਂ ਪਰਮਾਤਮਾ ਨੂੰ ਪੁੱਛਿਆ ਵੀ ਇਹ ਕੀ ਗੱਲ, ਰਾਜਾ ਸਵਰਗ 'ਚ ਹੈ ਅਤੇ ਧਰਮਾਤਮਾ ਜਿਹੜਾ ਇਹਨੂੰ ਗਿਆਨ ਦਿੰਦਾ ਸੀ ਉਹ ਨਰਕ 'ਚ ਬੈਠਾ, ਕਾਰਨ ਕੀ ਹੈ? ਰਾਜਾ ਕਹਿੰਦਾ ਵੈਰੀ ਸਿੰਪਲ। ਪਰਮਾਤਮਾ ਕਹਿੰਦਾ ਵੈਰੀ ਸਿੰਪਲ, ਇਹਦਾ ਇੱਕੋ ਹੀ ਕਾਰਨ ਹੈ। ਕੀ ਕਾਰਨ ਹੈ? ਕਹਿੰਦੇ ਜਿਹੜਾ ਰਾਜਾ ਹੈ ਉਹਨੂੰ ਧਰਮਾਤਮਾ 'ਤੇ ਵਿਸ਼ਵਾਸ ਸੀ। ਜਿਵੇਂ ਕੋਈ ਵੀ ਜਾਂਦਾ ਗੁਰਦੁਆਰੇ ਆਏ, ਮੰਦਰ ਵਿੱਚ ਜਾਏ, ਮਸਜਿਦ ਵਿੱਚ ਜਾਏ, ਜਾਂ ਆਪਣੇ ਸ਼ਹਿਰ ਵਿੱਚ ਕੋਈ ਧਾਰਮਿਕ ਲੋਕ ਹੋਣ, ਸਿਆਣੇ ਲੋਕ ਤਾਂ ਉਹਨਾਂ 'ਤੇ ਵਿਸ਼ਵਾਸ ਕਰਦੇ ਨੇ ਨਾ। ਕਹਿੰਦੇ ਇਹਨਾਂ ਨੂੰ ਧਰਮ 'ਤੇ ਵਿਸ਼ਵਾਸ ਸੀ, ਪਰ ਜਿਹੜਾ ਤੁਹਾਡਾ ਧਰਮਾਤਮਾ ਹੈ ਨਾ, ਕਹਿੰਦਾ ਉਹਨੂੰ ਰਾਜੇ 'ਤੇ ਵਿਸ਼ਵਾਸ ਸੀ ਵੀ ਮੈਂ ਇਹਦੀ ਅਰਦਾਸ ਕਰਾਂਗਾ ਅਤੇ ਕੋਈ ਮੈਨੂੰ ਪੈਸੇ ਦੇਵੇਗਾ। ਕਹਿੰਦੇ ਗੱਲ ਤਾਂ ਕਰਕੇ ਉਹ ਨਰਕ ਵਿੱਚ ਹੈ, ਉਸ ਵਰਗ ਵਿੱਚ ਹੈ। ਇਸ ਕਰਕੇ ਜਿਹੜੇ ਲੋਕ ਦੁਨੀਆ 'ਤੇ ਵਿਸ਼ਵਾਸ ਰੱਖ ਬੈਠਦੇ ਨੇ ਉਹਨਾਂ ਦੀ ਜ਼ਿੰਦਗੀ ਨਰਕਮਈ ਹੋਣੀ ਨਿਸ਼ਚਿਤ ਹੈ। ਕਿਉਂਕਿ ਉਹਨਾਂ ਨੂੰ ਰੋਜ਼ ਰੋਜ਼ ਨਾ ਚਾਹੁੰਦੇ ਹੋਏ ਵੀ ਦੁਨੀਆ ਦੀ ਸੇਵਾ ਕਰਨੀ ਪਏਗੀ, ਨਾ ਚਾਹੁੰਦੇ ਹੋਏ ਵੀ, ਨਾ ਚਾਹੁੰਦੇ ਹੋਏ ਵੀ ਦੁਨੀਆ ਦੇ ਪਿੱਛੇ ਪਿੱਛੇ ਤੁਰਨਾ ਪਏਗਾ। ਫਿਰ ਦੁਨੀਆ ਦੇ ਕੋਈ ਕੋਈ ਚੀਜ਼ ਦੇਵੇਗਾ ਨਾ, ਦੁਨੀਆ 'ਚ ਦੇਣ ਤੋਂ ਪਹਿਲਾਂ ਪਤਾ ਨਹੀਂ 10 ਵਾਰੀ ਕਿੰਨੀਆਂ ਗੱਲਾਂ ਕਵੇ ਅਤੇ ਕਿੰਨੇ ਹਾੜੇ ਕਢਾਵੇ, ਅਤੇ ਪਤਾ ਨਹੀਂ ਕਿਹੜੇ ਟਾਈਮ 'ਤੇ ਆ ਕੇ ਕਿਹੜੀ ਗੱਲ ਕਹਿ ਦੇਵੇ। ਪਰ ਪਰਮਾਤਮਾ ਦਾ ਇਹ ਤਾਂ ਨਹੀਂ ਨਾ ਵੀ ਇੱਕ ਵਾਰੀ ਦੇ ਦਿੱਤੀ ਅਤੇ ਉਹ ਕਹੇਗਾ ਵੀ ਤੈਨੂੰ ਫਲਾਣੇ ਦਿਨ ਇਹ ਦਿੱਤਾ ਸੀ। ਨਹੀਂ, ਉਹਨੇ ਨਹੀਂ ਕਹਿਣਾ ਕਦੇ। ਉਹਨੇ ਫਰੀ 'ਚ ਪਾਣੀ ਦਿੱਤਾ ਹੋਇਆ, ਕਦੇ ਨਹੀਂ ਪੁੱਛਿਆ। ਹਵਾ ਦਿੱਤੀ ਹੋਈ ਹੈ, ਕਦੇ ਨਹੀਂ ਪੁੱਛਿਆ। ਸੂਰਜ ਦਾ ਉਹਨੇ ਬਟਨ ਦੱਬਿਆ ਹੋਇਆ, ਉਦੋਂ ਦਾ ਹੀ ਚੱਲ ਰਿਹਾ ਜਦੋਂ ਦੀ ਪ੍ਰਿਥਵੀ ਹੈ। ਕਦੇ ਨਹੀਂ ਉਹਨੇ ਕਿਸੇ ਨੂੰ ਪੁੱਛਿਆ ਵੀ ਕਿੰਨਾ ਤੈਨੂੰ ਪ੍ਰਕਾਸ਼ ਮਿਲਿਆ ਅਤੇ ਤੇਰਾ ਬਿੱਲ ਕਿੰਨਾ ਬਣ ਗਿਆ। ਮਨੁੱਖਾਂ ਦੇ ਹੱਥਾਂ ਵਿੱਚ ਜੋ ਜੋ ਆਇਆ ਉਹਦੇ ਬਿੱਲ ਬਣਾ ਦਿੱਤੇ। ਰੋਸ਼ਨੀ ਦਾ ਕੋਈ ਬਿੱਲ ਨਹੀਂ ਹੈ। ਸ਼ੁਰੂ ਤੋਂ ਸੂਰਜ ਚੱਲਦਾ, ਸੋਲਰ ਲਾਈਟਾਂ ਲਾ ਲਓ, ਉਹ ਦੇ ਹੀ ਜਾਂਦਾ, ਉਹਦਾ ਕੋਈ ਬਿੱਲ ਨਹੀਂ। ਬਣਾਉਣ ਵਾਲੇ ਦਾ ਬਿੱਲ ਹੈ, ਦੇਣ ਵਾਲੇ ਦਾ ਕੋਈ ਬਿੱਲ ਨਹੀਂ ਹੈ।
ਇਸ ਕਰਕੇ ਪਰਮਾਤਮਾ ਦੇ ਕੇ ਪੁੱਛਦਾ ਨਹੀਂ ਹੈ, ਦਿੰਦਾ ਦੇ ਲੈਂਦੇ ਤੱਕ ਪਾਏ। ਉਹ ਦੇ ਕੇ ਨਹੀਂ ਪੁੱਛਦਾ, ਦੁਨੀਆ ਦਿੰਦੀ ਹੈ ਤੇ ਦੇਣ ਤੋਂ ਬਾਅਦ ਗੱਲਾਂ ਕਰ ਲੈਂਦੀ ਹੈ। ਇਸ ਕਰਕੇ ਦੋ ਗੱਲਾਂ ਦਾ ਜ਼ਿੰਦਗੀ 'ਚ ਧਿਆਨ। ਪਹਿਲੀ ਗੱਲ ਮੰਗਣਾ ਹੈ ਤੇ ਪਰਮਾਤਮਾ ਤੋਂ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਪਰਮਾਤਮਾ ਅਸੀਂ ਭਿਖਾਰੀ ਜ਼ਰੂਰ ਹਾਂ, ਪਰ ਭਿਖਾਰੀ ਤੇਰੇ ਕਰਦੇ ਆ। ਗੱਲ ਇਹ, ਭਿਖਾਰੀ ਤੇ ਅਸੀਂ ਹੈ, ਭਿਖਾਰੀ ਤੋਂ ਬਿਨਾਂ ਤੇ ਗ੍ਰਸਤੀ ਹੋ ਹੀ ਨਹੀਂ ਸਕਦਾ। ਮੰਗਤੇ ਤੇ ਜ਼ਰੂਰ ਹਾਂ, ਮੰਗਤੇ ਤੇਰੇ ਦਰ ਤੇ। ਹਾਂ ਹੁਣ ਉਹਨੇ ਦੇਣਾ ਤੇ ਹੈ, ਦੇਗਾ ਕਿਸੇ ਦੇ ਵਿੱਚ ਦੀ, ਫਿਰ ਜਿਹਦੇ ਵਿੱਚ ਦੀ ਦੇ ਰਿਹਾ ਉਹਦਾ ਤੇ ਸਤਿਕਾਰ ਹੈ, ਪਰ ਉਹਦੇ ਵਿੱਚ ਦੀ ਅਸੀਂ ਪਰਮਾਤਮਾ ਨੂੰ ਵੇਖਣਾ ਹੈ ਜ਼ਿੰਦਗੀ ਵਿੱਚ ਰੋਜ਼। ਇਸ ਕਰਕੇ ਮੈਂ ਕਈ ਵਾਰ ਕਹਿੰਦਾ, ਜਿਹੜੇ ਪਹਿਲਾਂ ਦੁਕਾਨਾਂ ਦੇ ਉੱਤੇ ਨਾ ਅਕਸਰ ਲਿਖਿਆ ਹੁੰਦਾ ਸੀ ਵੀ ਜਿਹੜਾ ਗ੍ਰਾਹਕ ਹੈ ਨਾ ਉਹ ਭਗਵਾਨ ਹੈ, ਇਹਦੇ ਅਰਥ ਬੜੇ ਗਹਿਰੇ ਸੀ। ਕਿਉਂ? ਕਿਉਂਕਿ ਉਹ ਪਰਮਾਤਮਾ ਨੇ ਤੇਰੇ ਪ੍ਰਲਬਧ ਨੂੰ ਉਹਦੇ ਵਿੱਚ ਦੀ ਪ੍ਰੇਰਿਆ ਹੈ ਤੇਰੀ ਦੁਕਾਨ 'ਤੇ। ਜੇ ਉਹਦੇ ਨਾਲ ਮਿਸਬਿਹੇਵ ਕਰੇਗਾ ਤੇ ਭਗਵਾਨ ਨਾਰਾਜ਼ ਹੋ ਜਾਏਗਾ। ਕਿੱਡੀ ਸਾਡੇ ਦੇਸ਼ ਦੇ ਵਿੱਚ ਕਿੱਡੀਆਂ ਸੋਹਣੀਆਂ ਇਹ ਲਾਈਨਾਂ ਤੁਰੀਆਂ ਹੋਈਆਂ ਸਨ। ਜ਼ਿਮੀਂਦਾਰ ਨੂੰ ਵੀ ਇਹ ਗੱਲ ਸਮਝਾਈ ਹੋਈ ਸੀ, ਜਿੰਨੇ ਬਿਜ਼ਨਸ ਵਾਲ ਸਭ ਨੂੰ ਇਹ ਗੱਲ ਵੀ ਭਾਈ ਤੈਨੂੰ ਕੋਈ ਕੁਛ ਵੀ ਦੇਣ ਆਉਂਦਾ ਹੈ ਉਹ ਪਰਮਾਤਮਾ ਹੀ ਦੇਣ ਆਉਂਦਾ। ਤੇਰੇ ਘਰ ਰਿਸ਼ਤੇਦਾਰ ਹੁੰਦੇ ਨੇ, ਅਤਿਥੀ ਦੇਵ ਭਵ, ਸਾਡੇ ਦੇਸ਼ 'ਚ ਇਹ ਗੱਲਾਂ ਪ੍ਰਚਲਿਤ ਸਨ। ਜਿਹੜਾ ਘਰ ਵਿੱਚ ਪ੍ਰਾਹੁਣਾ ਆਇਆ ਹੈ ਉਹ ਦੇਵਤਾ ਹੈ। ਅਤਿਥੀ, ਅਤਿਥੀ ਪਤਾ ਕਿਹਨੂੰ ਕਹਿੰਦੇ ਨੇ? ਜਿਹੜਾ ਬਿਨਾਂ ਤਿਥੀ ਨਿਸ਼ਚਿਤ ਕਰੇ, ਅਤਿਥੀ। ਜਿਹਦੇ ਆਉਣ ਦੀ ਕੋਈ ਤਿਥੀ ਫਿਕਸ ਨਹੀਂ ਹੈ ਉਹਨੂੰ ਕਹਿੰਦੇ ਨੇ ਅਤਿਥੀ। ਜਿਹੜਾ ਬਿਨਾਂ ਦੱਸੇ ਆ ਜਾਏ, ਤਾਂ ਕਰਕੇ ਜਿਹੜਾ ਬਿਨਾਂ ਦੱਸੇ ਆ ਗਿਆ ਉਹ ਰੱਬ ਹੀ ਆ ਗਿਆ ਸਮਝੋ। ਇਸ ਕਰਕੇ ਕੱਲ੍ਹ ਤਾਈਂ ਜਿੱਥੇ ਅਸੀਂ ਕਥਾ ਸਮਾਪਤ ਕੀਤੀ ਸੀ, ਹੁਣ ਅੱਗੇ ਸ਼ੁਰੂਆਤ ਕਰਾਂਗੇ। ਇਹਨਾਂ ਗੱਲਾਂ 'ਤੇ ਆਪ ਜੀ ਨੇ ਧਿਆਨ। ਪਹਿਲੀ ਗੱਲ ਪਰਮਾਤਮਾ ਤੋਂ ਮੰਗਣਾ, ਦੂਜੀ ਗੱਲ ਉਹਦਾ ਨਾਮ ਮੰਗਣਾ। ਇਹ ਦੋਵੇਂ ਚੀਜ਼ਾਂ 'ਤੇ ਧਿਆਨ ਦੇਣਾ। ਆਓ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਵੱਲੋਂ ਬਖਸ਼ੇ ਪਾਵਨ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਲੋਭ ਬੰਦਿਓ ਮਨ ਮੈਂ ਅਟਕਾਏ, ਉਜਾਵਨ ਕੋ ਇਮ ਬਾਤ ਬਣਾਵੇ। ਕਹਿੰਦੇ ਹਨ ਬਾਬੇ ਪ੍ਰਿਥੀ ਚੰਦ ਨੂੰ, ਜਦੋਂ ਲੋਕਾਂ ਜਾ ਕੇ ਕਿਹਾ ਭਾਈ ਇਹ ਮਾੜਾ ਕੀਤਾ ਹੈ, ਸੱਪ ਨਹੀਂ ਸੀ ਛੱਡਣਾ ਚਾਹੀਦਾ ਤੁਹਾਨੂੰ, ਕਿਉਂਕਿ ਸੱਪ ਛੱਡ ਦਿੱਤਾ।